ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮੋਟੀਵੇਟਡ ਐਵਰੀਡੇ ਤੇ। ਅੱਜ ਆਪਾਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਅਗਲੇ ਭਾਗ ਵੇਈ ਨਦੀ ਵਿੱਚ ਅਲੋਪ ਹੋਣ ਬਾਰੇ ਗੱਲ ਕਰਨ ਜਾ ਰਹੇ ਹਾਂ। ਗੁਰੂ ਨਾਨਕ ਦੇਵ ਜੀ ਬਾਲੇ ਨੂੰ ਕਹਿੰਦੇ ਹਨ, ਬੇਬੇ ਨਾਨਕੀ ਦੇ ਘਰ ਤੋਂ ਚਾਲੇ ਪਾ ਦਈਏ। ਤਾਂ ਬਾਲੇ ਨੇ ਕਿਹਾ, ਹੇ ਪ੍ਰਾਣਨਾਥ, ਮੈਥੋਂ ਕੀ ਪੁੱਛਦੇ ਹੋ? ਮੈਂ ਤਾਂ ਆਪ ਦੇ ਹੁਕਮ ਦਾ ਵੱਧਾ ਹਾਂ। ਜੋ ਤੁਹਾਡੀ ਇੱਛਾ ਹੈ ਉਹੀ ਮੇਰੀ ਇੱਛਾ ਹੈ। ਮੇਰਾ ਮਨ ਤੁਹਾਡੇ ਚਰਨਾਂ ਨਾਲ ਹੈ। ਮੈਨੂੰ ਤੁਹਾਡੇ ਹਰ ਫੈਸਲੇ 'ਤੇ ਨਾਜ਼ ਹੈ। ਇਸ ਤਰ੍ਹਾਂ ਸਲਾਹਾਂ ਕਰਕੇ ਨਾਨਕ ਨਿੱਤ ਦੀ ਤਰ੍ਹਾਂ ਵੇਈ 'ਚ ਇਸ਼ਨਾਨ ਕਰਨ ਗਏ। ਦਾਸ ਕੋਲ ਆਪਣੇ ਕੱਪੜੇ ਫੜਾ ਕੇ ਵੇਈ 'ਚ ਵੜ ਗਏ। ਜਲ ਦੇਵਤਾ ਵਰੁਣ ਆਪ ਦੇ ਦਰਸ਼ਨ ਕਰਕੇ ਨਿਹਾਲ ਹੋ ਗਿਆ ਤੇ ਹੱਥ ਜੋੜ ਕੇ ਆਪ ਦੇ ਚਰਨਾਂ 'ਚ ਬੇਨਤੀ ਕਰਨ ਲੱਗਾ, ਹੇ ਪ੍ਰਭੂ, ਕੋਈ ਹੁਕਮ ਹੋਵੇ ਤਾਂ ਦੱਸੋ, ਮੈਂ ਤੁਹਾਡੀ ਕੋਈ ਸੇਵਾ ਕਰ ਸਕਦਾ ਹਾਂ। ਮੈਨੂੰ ਅਕਾਲ ਪੁਰਖ ਨੇ ਹੁਕਮ ਕੀਤਾ ਹੈ ਕਿ ਜਦੋਂ ਤੁਸੀਂ ਇਸ਼ਨਾਨ ਕਰਨ ਆਵੋ ਤਾਂ ਮੈਂ ਤੁਹਾਨੂੰ ਧਰਮਰਾਜ ਪਾਸ ਲੈ ਕੇ ਆਵਾਂ। ਗੁਰੂ ਜੀ ਉਸ ਦੀ ਗੱਲ ਸੁਣ ਕੇ ਪ੍ਰਮਾਤਮਾ ਦੀ ਦਰਗਾਹ 'ਚ ਜਾ ਰਹੇ ਨੇ। ਬਾਹਰ ਖਲੋਤਾ ਕੱਪੜੇ ਫੜ ਕੇ ਦਾਸ ਮੱਛੀ ਵਾਂਗੂ ਤੜਫ ਰਿਹਾ ਹੈ। ਰਾਹੀ ਪੁੱਛਣ ਲੱਗੇ, ਆਖਿਰ ਭਾਈ, ਤੈਨੂੰ ਕੀ ਦੁੱਖ ਹੈ ਜੋ ਤੂੰ ਇਸ ਤਰ੍ਹਾਂ ਵਿਰਲਾਪ ਪਿਆ ਕਰਦਾ ਹੈ? ਤਦ ਉਸ ਦਾਸ ਨੇ ਦੱਸਿਆ ਕਿ ਮੇਰਾ ਆਕਾ, ਮੇਰੇ ਮਾਲਕ, ਨਹਾਉਣ ਵਾਸਤੇ ਨਦੀ 'ਚ ਵੜੇ ਸਨ, ਬਾਹਰ ਨਹੀਂ ਆਏ। ਹੇ ਬਾਹਰ ਨਹੀਂ ਆਏ। ਇੱਕੋ ਸਮੇਂ ਹੈਰਾਨੀ ਭਰੀਆਂ ਕਈ ਆਵਾਜ਼ਾਂ ਆਈਆਂ, ਡੁੱਬ ਗਏ ਹੋਣੇ ਨੇ ਗਹਿਰੀ ਨਦੀ 'ਚ। ਕਿਸੇ ਨੇ ਧੀਮੇ ਸੁਰ 'ਚ ਕਿਹਾ, ਨਹੀਂ ਨਹੀਂ ਨਹੀਂ, ਮੇਰੇ ਆਕਾ ਡੁੱਬਣ ਵਾਲੇ ਨਹੀਂ ਹਨ। ਉਹ ਤੇ ਡੁੱਬਦਿਆਂ ਨੂੰ ਤਾਰਨਹਾਰ ਹਨ। ਉਹ ਕਿਵੇਂ ਡੁੱਬ ਸਕਦੇ ਹਨ? ਇਸ ਤਰ੍ਹਾਂ ਕਾਫੀ ਲੋਕਾਂ ਨੇ ਗੁਰੂ ਜੀ ਨੂੰ ਨਦੀ ਵਿੱਚ ਲੱਭਿਆ, ਪੱਤ ਕਰ ਦਿੱਤਾ, ਪਰ ਕਿਧਰੇ ਆਪ ਨਹੀਂ ਲੱਭੇ। ਮਲਾਹ ਬੇੜੀਆਂ ਪਾ ਕੇ ਲੱਭਣ ਲੱਗੇ, ਪਰ ਕਿਧਰੇ ਕੋਈ ਥਾਂ ਟਿਕਾਣਾ ਨਹੀਂ ਮਿਲਿਆ। ਨਵਾਬ ਦੌਲਤ ਖਾਂ ਨੂੰ ਕਿਸੇ ਨੇ ਜਾ ਦੱਸਿਆ। ਉਹ ਕਾਹਲੀ ਕਾਹਲੀ ਵੇਈ ਵੱਲ ਨੂੰ ਆਇਆ। ਉਸ ਦਾ ਦਿਲ ਵੀ ਡਰ ਗਿਆ। ਆਖਿਰ ਕੀ ਚਾਂਸ ਹੋਇਆ? ਮੋਦੀ ਤਾਂ ਬੜਾ ਨੇਕ ਬੰਦਾ ਸੀ, ਖੁਦਾ ਦਾ ਭਗਤ ਸੀ। ਉਸ ਦਾ ਹਿਰਦਾ ਬਹੁਤ ਖੂਬਸੂਰਤ ਸੀ। ਉਸ ਦਾ ਤਨ ਵੀ ਬੜਾ ਸੁੰਦਰ ਸੀ। ਉਹ ਡੁੱਬਣ ਦੇ ਲਾਇਕ ਨਹੀਂ ਸੀ। ਅਜਿਹਾ ਮੋਦੀ ਮੈਨੂੰ ਕਿਧਰੇ ਨਹੀਂ ਮਿਲ ਸਕੇਗਾ। ਜਿਵੇਂ ਕਿਸੇ ਧਨਵਾਨ ਦੀ ਤਿਜੋਰੀ ਲੁੱਟੀ ਗਈ ਹੋਵੇ। ਸਭ ਹੰਝੂ ਬਹਾ ਰਹੇ ਹਨ। ਜੈ ਰਾਮ ਜੀ ਇਸ ਤਰ੍ਹਾਂ ਤੜਫ ਰਹੇ ਹਨ ਜਿਵੇਂ ਕੋਈ ਮਛਲੀ ਨੂੰ ਪਾਣੀ 'ਚੋਂ ਕੱਢ ਕੇ ਤਪਦੀ ਰੇਤ 'ਚ ਧਰ ਦੇਵੇ, ਪਰ ਪੇਸ਼ ਕੋਈ ਨਹੀਂ ਜਾ ਰਹੀ। ਆਖਿਰ ਕੀ ਕੀਤਾ ਜਾਵੇ? ਕਿਸੇ ਨੂੰ ਕੁਝ ਸਮਝ ਨਹੀਂ ਆਇਆ। ਵੱਟਾ ਛਾਣ ਮਾਰਿਆ, ਨਾਨਕ ਨਹੀਂ ਲੱਭੇ। ਬੇਬੇ ਨਾਨਕੀ ਜੀ ਆਏ। ਉਹਨਾਂ ਸਭ ਘਬਰਾਏ ਹੋਏ ਲੋਕਾਂ ਨੂੰ ਆਖਿਆ, ਇਸ ਤਰ੍ਹਾਂ ਤੁਸੀਂ ਪਰੇਸ਼ਾਨ ਨਹੀਂ ਹੋਵੋ। ਮੇਰੇ ਵੀਰ ਲਈ ਉਹ ਡੁੱਬਣ ਵਾਲੇ ਨਹੀਂ ਹਨ। ਉਹਨਾਂ 'ਤੇ ਲੱਖਾਂ ਨੂੰ ਤਾਰਿਆ ਹੈ। ਜ਼ਰੂਰ ਉਹਨਾਂ ਦਾ ਕੋਈ ਚੋਜ ਹੈ। ਇਹ ਉਹ ਤੇ ਰੱਬੀ ਅਵਤਾਰ ਹਨ। ਅਸੀਂ ਉਹਨਾਂ ਦੀ ਸਿਫਤ ਦਾ ਅੰਤ ਨਹੀਂ ਪਾ ਸਕਦੇ। ਅਲਪੱਗ ਜੀਵ ਹਾਂ ਅਸੀਂ ਸਭ। ਉਹਨਾਂ ਦੀ ਮਹਿਮਾ ਤਾਂ ਵੇਦ ਕਤੇਬ ਵੀ ਨਹੀਂ ਜਾਣ ਸਕੇ। ਜੈ ਰਾਮ ਜੀ ਆਖਣ ਲੱਗੇ, ਜਿਵੇਂ ਸੂਰਜ ਨੂੰ ਰਾਹੂ ਕੇਤੂ ਗ੍ਰਸ ਲੈਂਦੇ ਹਨ, ਐਵੇਂ ਹੀ ਸਾਡੇ ਨਾਲ ਹੋਈ ਹੈ। ਅਸੀਂ ਲੁੱਟੇ ਗਏ ਹਾਂ। ਕਾਲਖਾਂ ਦਾ ਸਾਰ ਕੌਣ ਲਏਗਾ? ਸਾਡੇ ਮਨਾਂ 'ਤੇ ਨੂਰ ਦਾ ਮੀਂਹ ਕੌਣ ਵਰਸਾਏਗਾ? ਸਾਡੇ ਟੱਠਿਆਂ ਦਿਲਾਂ ਨੂੰ ਕੌਣ ਆਸਰਾ ਦੇਵੇਗਾ? ਹੇ ਨਾਨਕ, ਤੁਸੀਂ ਇੱਕ ਵਾਰ ਆ ਜਾਓ। ਸਭ ਲੋਕ ਵਿਰਲਾਪ ਕਰਨ ਲੱਗੇ। ਬੇਬੇ ਨਾਨਕੀ ਸਭ ਨੂੰ ਸਮਝਾਉਣ ਲੱਗੇ, ਹੇ ਭਲੇ ਪੁਰਸ਼ੋ, ਇੰਨਾ ਵਿਰਲਾਪ ਨਾ ਕਰੋ ਜਿਵੇਂ ਕੋਈ ਮਰ ਗਿਆ ਹੈ। ਸੁੱਖੀ ਸਾਂਦੀ ਮੇਰੀ ਭਰਜਾਈ ਗਰਭਵਤੀ ਹੈ। ਉਸ ਨੂੰ ਬਹੁਤਾ ਨਾ ਰਵਾਓ। ਉਸ ਦੀ ਹਾਲਤ ਠੀਕ ਨਹੀਂ ਹੈ। ਜਿੱਥੇ ਭਲੇ ਆਦਮੀ ਫਿਕਰ ਕਰ ਰਹੇ ਹਨ, ਉੱਥੇ ਮੂਰਖ ਲੋਕ ਨਿੰਦਿਆ ਕਰ ਰਹੇ ਹਨ। ਕੁਝ ਆਖ ਰਹੇ ਸਨ, ਨਵਾਬ ਦੌਲਤ ਖਾਂ ਦੇ ਮੋਦੀ ਦਾ ਹਿਸਾਬ ਪੂਰਾ ਨਹੀਂ ਦੇ ਸਕਿਆ ਹੋਵੇਗਾ। ਡੁੱਬ ਮੋਇਆ ਆਖਿਰ ਆਪਣੀ ਸ਼ਰਮ ਦਾ ਮਾਰਾ। ਇਸ ਤਰ੍ਹਾਂ ਦੀਆਂ ਕਈ ਗੱਲਾਂ ਜੈ ਰਾਮ ਜੀ ਦੇ ਕੰਨੀ ਪਈਆਂ, ਜੋ ਜ਼ਖਮਾਂ 'ਤੇ ਲੂਣ ਵਾਂਗ ਲੱਗ ਰਹੀਆਂ ਸਨ। ਸਾਰੀ ਰਾਤ ਭੈਣ ਨਾਨਕੀ ਇੱਕ ਮਨ ਹੋਏ ਬੈਠੇ ਰਹੇ। ਹੇ ਪਾਪਾਂ ਨੂੰ ਨਾਸ਼ ਕਰਨ ਵਾਲੇ ਕਿਰਪਾ ਨਿਧ ਸੁਆਮੀ, ਮੇਰੇ ਮਨ 'ਚ ਤੁਹਾਡੇ ਪ੍ਰਤੀ ਵਿਸ਼ਵਾਸ ਹੈ। ਗੁਰੂ ਜੀ ਵਰੁਣ ਦੇ ਨਾਲ ਜਾ ਰਹੇ ਹਨ। ਅੱਗੇ ਕੀ ਵੇਖਦੇ ਹਨ? ਕਬਰਾਂ ਹੀ ਕਬਰਾਂ ਅੱਗੇ ਇਕੱਲੇ ਜਾ ਕੇ ਬੈਠ ਗਏ। ਜਿਸ ਵੇਲੇ
ਗੁਰੂ ਜੀ ਨੇ ਉੱਥੇ ਜਾ ਕੇ ਪੈਰ ਧਰਿਆ ਤਾਂ ਨਰਕਾਂ ਚਮੜ ਰਹੇ ਜੀਵਾਂ ਦਾ ਭਲਾ ਹੋਇਆ, ਸੁੱਖ ਦੀ ਪ੍ਰਾਪਤੀ ਹੋਈ, ਬਹੁਤ ਸਾਰੇ ਲੋਕਾਂ ਦਾ ਉਧਾਰ ਹੋ ਗਿਆ। ਉੱਧਰ ਜੈ ਰਾਮ ਹੁਰੀ ਬੈਠੇ ਪਰੇਸ਼ਾਨ ਹੋ ਗਏ। ਸਭ ਲੋਕ ਆਪਣੇ ਆਪਣੇ ਘਰਾਂ ਨੂੰ ਵਾਪਸ ਆ ਗਏ ਤੇ ਆਖਿਰ ਜੈ ਰਾਮ ਜੀ ਵੀ ਅਥਰੂ ਘੇਰਦੇ ਵਾਪਸ ਆ ਗਏ। ਘਰ ਤੋਂ ਬਾਹਰ ਨਾ ਨਿਕਲਣ, ਕੁਝ ਖਾਣ ਪੀਣ ਨੂੰ ਦਿਲ ਨਾ ਕਰੇ, ਪਰੇਸ਼ਾਨ ਬਸ ਪਰੇਸ਼ਾਨ, ਮੈਲੇ ਮੈਲੇ ਕੱਪੜੇ ਪਾ ਬੈਠੇ, ਘਰ 'ਚ ਹੀ ਰਿਹਾ ਕਰਨ, ਕਿਧਰੇ ਜਾਣ ਆਉਣ ਨੂੰ ਮਨ ਹੀ ਨਾ ਕਰੇ। ਤੇ ਚੁਗਲਖੋਰ ਆਖ ਰਹੇ ਸਨ, ਪਹਿਲੇ ਤਾਂ ਨਵਾਬ ਦਾ ਸਾਰਾ ਧਨ ਲੁਟਾ ਦਿੱਤਾ, ਹੇ ਰਾਜਾ ਜੀ ਹੁਣ ਤੁਸੀਂ ਲੇਖਾ ਜੈ ਰਾਮ ਤੋਂ ਲਓ। ਤਦ ਨਵਾਬ ਨੇ ਜੈ ਰਾਮ ਨੂੰ ਆਖਿਆ ਕਿ ਨਾਨਕ ਦਾ ਕੁਝ ਪਤਾ ਨਹੀਂ ਲੱਗਦਾ, ਮੇਰਾ ਇਸ ਸਾਲ ਦਾ ਲੇਖਾ ਤੇਰੇ ਵੱਲ ਹੈ। ਇਹ ਸੁਣ ਕੇ ਜੈ ਰਾਮ ਜੀ ਘਬਰਾ ਗਏ ਤੇ ਚਿੰਤਾ ਨਦੀ 'ਚ ਫਿਕਰਮੰਦ ਹੋ ਗਏ। ਉੱਧਰ ਗੁਰੂ ਜੀ ਸੁਲਤਾਨਪੁਰ ਤੋਂ ਸੱਚਖੰਡ ਨੂੰ ਗਏ, ਉਸ ਪ੍ਰਮਾਤਮਾ ਨੂੰ ਡੰਡੋਤ ਕੀਤੀ। ਪ੍ਰਮਾਤਮਾ ਮੰਦ ਮੰਦ ਵੇਖ ਕੇ ਮੁਸਕਰਾਏ ਤੇ ਮੁਖ ਤੋਂ ਕਿਹਾ, ਆਵੋ ਨਾਮ ਦੇ ਰਸੀਏ ਨਾਨਕ ਆਵੋ, ਜਿਸ ਕਾਰਨ ਤੂੰ ਇਸ ਸਮੇਂ ਮ੍ਰਿਤਕ ਲੋਕ 'ਚ ਅਵਤਾਰ ਧਾਰਿਆ ਹੈ, ਉਹ ਕਾਰਜ ਹੁਣ ਤੁਸੀਂ ਆਰੰਭ ਕਰੋ। ਕਲਯੁਗ ਨੇ ਬੜਾ ਭਿਆਨਕ ਰੂਪ ਧਾਰਨ ਕਰ ਲਿਆ ਹੈ। ਲੋਕ ਮਨਮਤੀਏ ਹੋ ਗਏ ਹਨ, ਲੋਕਾਂ ਦਾ ਧਿਆਨ ਸਵਾਰਥ ਤੇ ਪਾਪ ਕਰਨ ਲੱਗ ਪਏ ਹਨ। ਹੁਣ ਭਗਤੀ ਭਾਵ ਕਿਸੇ ਵਿੱਚ ਨਹੀਂ ਰਿਹਾ, ਸਭ ਆਪਣੀ ਆਪਣੀ ਮਤ ਅਨੁਸਾਰ ਕਰਮ ਕਰਦੇ ਹਨ। ਭਾਵ ਭਗਤੀ ਦਾ ਤੁਸੀਂ ਪ੍ਰਗਟਾਵਾ ਕਰੋ, ਧਰਤੀ ਦਾ ਭਾਰ ਹਲਕਾ ਕਰੋ, ਭੁੱਲੇ ਭਟਕੇ ਲੋਕਾਂ ਨੂੰ ਮੁਕਤੀ ਦਾ ਰਾਹ ਦਿਖਾਓ, ਨਾਮ ਦੀ ਵਡਿਆਈ ਦਾ ਪ੍ਰਕਾਸ਼ ਜਗਤ ਵਿੱਚ ਕਰੋ, ਪਖੰਡ ਭਰਮ ਦਾ ਨਾਸ਼ ਕਰੋ, ਅਕਾਲ ਪੁਰਖ ਦੀ ਇਸ ਬਾਣੀ ਨੂੰ ਲੋਕਾਂ ਤੱਕ ਪਹੁੰਚਾਓ। ਜਿਸ ਵੇਲੇ ਗੁਰੂ ਜੀ ਨੇ ਆਪਣੇ ਪਵਿੱਤਰ ਮੁਖਾਰਵਿੰਦ ਤੋਂ ਅਕਾਲ ਪੁਰਖ ਦੀ ਉਸਤਤ ਕੀਤੀ, ਤਦ ਅਕਾਲ ਪੁਰਖ ਗੁਰੂ ਜੀ ਤੇ ਬਹੁਤ ਖੁਸ਼ ਹੋਏ ਤੇ ਗੁਰੂ ਜੀ ਨੂੰ ਗੁਰਮੰਤਰ ਬਖਸ਼ਿਸ਼ ਕੀਤਾ ਤੇ ਕਿਹਾ, ਇਸ ਮੰਤਰ ਨੂੰ ਧਾਰਨ ਕਰੋ ਜੋ ਮੈਂ ਆਪ ਨੂੰ ਆਖ ਕੇ ਸੁਣਾ ਰਿਹਾ ਹਾਂ। ਏਕੰਕਾਰ ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੂਨੀ ਸੈਭੰ ਗੁਰ ਪ੍ਰਸਾਦ। ਅਤੇ ਫਿਰ ਬੜੀ ਗੰਭੀਰ ਸੁਰ 'ਚ ਆਖਿਆ, ਸੰਸਾਰਕ ਕੰਮਾਂ ਨੂੰ ਤਿਆਗ ਕੇ ਇਸ ਮੰਤਰ ਨੂੰ ਪ੍ਰਗਟ ਕਰੋ। ਇਸ ਤਰ੍ਹਾਂ ਗੁਰੂ ਮੰਤਰ ਲੈ ਕੇ ਗੁਰੂ ਜੀ ਫਿਰ ਵਾਪਸ ਆਏ। ਜਿਸ ਥਾਂ ਤੋਂ ਗਏ ਸਨ ਉਸੇ ਥਾਂ ਤੇ ਪ੍ਰਗਟ ਹੋਏ ਤੇ ਆਪਣੇ ਦਾਸਾਂ ਨੂੰ ਸੁੱਖ ਦਿੱਤਾ ਤੇ ਨਾਮ ਦਾ ਜਾਪ ਕਰਾਇਆ। ਗੁਰੂ ਜੀ ਦਾ ਦਾਸ ਹਰ ਰੋਜ਼ ਵੇਈ ਤੇ ਵਸਤਰ ਲੈ ਕੇ ਜਾਂਦਾ ਸੀ ਤੇ ਹਨੇਰੇ ਹੋਏ ਉਹਨਾਂ ਨੂੰ ਉਡੀਕ ਕੇ ਵਾਪਸ ਆ ਜਾਂਦਾ। ਗੁਰੂ ਜੀ ਦੀ ਜਿਸ ਥਾਂ ਤੋਂ ਵੇਈ 'ਚ ਵੜੇ ਸਨ ਉਸ ਤੋਂ ਇੱਕ ਕੋ ਅਗਾਂਹ ਜਾ ਕੇ ਨਿਕਲੇ, ਜਿੱਥੇ ਹੁਣ ਗੁਰਦੁਆਰਾ ਸੰਤ ਘਾਟ ਹੈ। ਦਾਸ ਗੁਰੂ ਜੀ ਨੂੰ ਵੇਖ ਕੇ ਬਹਿਬਲ ਹੋ ਗਿਆ। ਮਨ ਨੂੰ ਇੰਜ ਜਾਪਿਆ ਜਿਵੇਂ ਉਸ ਚਿਰਾਂ ਤੋਂ ਪਿਆਸੀ ਮਛਲੀ ਨੂੰ ਅਚਾਨਕ ਸਾਗਰ ਮਿਲ ਗਿਆ ਹੋਵੇ। ਉਸੇ ਇਸ਼ਨਾਨ ਵੇਲੇ ਗੁਰੂ ਜੀ ਵੇਈ 'ਚੋਂ ਪ੍ਰਗਟ ਹੋਏ। ਦਾਸ ਤੇ ਗੁਰੂ ਜੀ ਨੇ ਕਿਰਪਾ ਕੀਤੀ ਤੇ ਉਸ ਦੇ ਇੱਕਦਮ ਕਪਾਟ ਖੁੱਲ੍ਹ ਗਏ, ਹਿਰਦੇ 'ਚ ਗਿਆਨ ਹੋ ਗਿਆ। ਹੌਲੀ ਹੌਲੀ ਗੁਰੂ ਤੇ ਦਾਸ ਸੁਲਤਾਨਪੁਰ ਦੀ ਤਰਫ ਆ ਰਹੇ ਸਨ। ਗੁਰੂ ਜੀ ਨੇ ਪਹਿਲਾਂ ਦਾਸ ਨੂੰ ਜੈ ਰਾਮ ਜੀ ਪਾਸ ਭੇਜਿਆ। ਭੈਣ ਨਾਨਕੀ ਤੇ ਪਹਿਲੇ ਹੀ ਨਾਨਕ ਦਾ ਧਿਆਨ ਲਗਾ ਕੇ ਬੈਠੀ ਸੀ, ਸਾਰੀ ਰਾਤ ਬੇਨਤੀਆਂ ਕਰਦਿਆਂ ਲੰਘੀ ਸੀ। ਗੁਰੂ ਜੀ ਨੇ ਵੇਖਿਆ ਕਿ ਨਾਨਕੀ ਜੀ ਅਡੋਲ ਆਸਣ ਤੇ ਧਿਆਨ ਲਗਾ ਕੇ ਬੈਠੇ ਨੇ। ਆਪਣੇ ਭਰਾ ਦੇ ਅਰਾਧਨ 'ਚ ਉਹਨਾਂ ਦੀ ਲਿਵ ਲੱਗੀ ਸੀ। ਜਿਸ ਸਮੇਂ ਦਾਸ ਨੇ ਬੇਨਤੀ ਕੀਤੀ, ਬੇਬੇ ਜੀ ਤੁਹਾਡੇ ਭਰਾ ਜੀ ਆ ਗਏ ਹਨ, ਉਹਨਾਂ ਨੂੰ ਛੇਤੀ ਛੇਤੀ ਮਿਲੋ। ਬਚਨ ਸੁਣ ਕੇ ਬੀਬੀ ਜੀ ਦੇ ਨੇਤਰ ਖੁੱਲ੍ਹ ਗਏ, ਮਾਨੋ ਕਿਸੇ ਅੱਧੇ ਮੋਏ ਵਿਅਕਤੀ ਦੇ ਮੂੰਹ 'ਚ ਅੰਮ੍ਰਿਤ ਪੈ ਗਿਆ ਹੋਵੇ। ਆਨੰਦ ਖੁਸ਼ੀ ਵਿੱਚ ਦਿਲ ਨੇ ਉਛਾਲਾ ਖਾਧਾ ਅਤੇ ਜੈ ਰਾਮ ਜੀ ਨੂੰ ਜਾਂਦੇ ਵੇਖਿਆ ਤਾਂ ਆਖਿਆ, ਜਿਸ ਦੇ ਦਰਸ਼ਨ ਦੀ ਸਿੱਕ 'ਚ ਤੁਸੀਂ ਬਹਿਬਲ ਹੋਏ ਹੋ, ਭਰਾ ਜੀ ਆ ਗਏ ਹਨ। ਜੈ ਰਾਮ ਜੀ ਸੁਣ ਕੇ ਨਿਹਾਲ ਹੋ ਗਏ, ਮਾਨੋ ਕਿਸੇ ਕੰਗਾਲ ਨੂੰ ਲਾਲਾਂ ਦਾ ਖਜ਼ਾਨਾ ਅਚਾਨਕ ਮਿਲ ਗਿਆ ਹੋਵੇ। ਜੈ ਰਾਮ ਜੀ ਦਾ ਚਿਹਰਾ ਪੀਲਾ ਹੋਇਆ ਪਿਆ ਸੀ। ਇੱਕਦਮ ਇਹ ਸੁੱਖ ਦੀ ਖਬਰ ਸੁਣ ਕੇ ਉਹਨਾਂ ਦੇ ਚਿਹਰੇ ਤੇ ਖੁਸ਼ੀ ਦੀ ਲਹਿਰ ਦੌੜ ਪਈ ਤੇ ਦੌੜ ਕੇ ਆ ਕੇ ਗੁਰੂ ਜੀ ਨੂੰ ਆ ਮਿਲੇ। ਜਿਸ ਤਰ੍ਹਾਂ ਸੂਰਜ ਦੇ ਉਦੇ ਹੋਣ ਨਾਲ ਸਾਰੀ ਧੁੰਦ ਖਤਮ ਹੋ ਜਾਂਦੀ ਹੈ, ਇਸੇ ਤਰ੍ਹਾਂ ਹੀ ਜੈ ਰਾਮ ਦੇ ਸਭ ਦੁੱਖ ਦਰਦ ਵਹਿਮ ਭਰਮ ਉਡਾਰੀ ਮਾਰ ਗਏ। ਸਾਰੇ ਸੁਲਤਾਨਪੁਰ ਵਿੱਚ ਖਬਰ ਫੈਲ ਗਈ ਕਿ ਨਾਨਕ ਜੀ ਆ ਗਏ। ਸਭ ਬੜੇ ਬੁੱਢੇ ਜਵਾਨ ਜੋ ਵੀ ਸੁਣਦਾ ਆਪ ਜੀ ਦੇ ਦਰਸ਼ਨ ਲਈ ਭੱਜੇ ਆਉਂਦੇ।
ਵਿਹੜੇ ਵਿੱਚ ਰੌਣਕਾਂ ਹੀ ਰੌਣਕਾਂ ਲੱਗ ਗਈਆਂ। ਗੁਰੂ ਜੀ ਦੁਕਾਨ 'ਤੇ ਆ ਗਏ। ਗਰੀਬਾਂ ਨੂੰ ਕਿਹਾ ਕਿ ਤੁਹਾਨੂੰ ਜੋ ਵੀ ਚਾਹੀਦਾ ਹੈ ਸਭ ਕੁਝ ਲੈ ਜਾਵੋ। ਬਹੁਤ ਜ਼ਿਆਦਾ ਭੀੜ ਲੱਗ ਗਈ। ਬਹੁਤ ਸਮਾਨ ਲੋੜਵੰਦਾਂ ਨੇ ਢੋਇਆ। ਖੰਡ, ਲੂਣ, ਹਲਦੀ, ਆਟਾ, ਦਾਲਾਂ, ਜੋ ਵੀ ਸਮਾਨ ਕਿਸੇ ਨੂੰ ਚਾਹੀਦਾ ਸੀ ਸਭ ਲੈ ਗਏ। ਪਰ ਦੁਕਾਨ 'ਚ ਤੋਟ ਨਹੀਂ ਆਈ। ਮਾਨੋ ਕਿ ਹੱਟੀ ਨਹੀਂ ਕਾਮਧੇਨ ਗਊ ਹੈ। ਲੋਕਾਂ ਨੇ ਸਾਰਾ ਬਿਰਤਾਂਤ ਦੌਲਤ ਖਾਂ ਨੂੰ ਕਿਹਾ। ਦੌਲਤ ਖਾਂ ਬੜਾ ਹੈਰਾਨ ਹੋਇਆ ਅਤੇ ਆਪਣੇ ਨੌਕਰਾਂ ਨੂੰ ਭੇਜਿਆ। ਜਿਹੜੇ ਆਦਮੀ ਦੁਕਾਨ ਲੁੱਟਦੇ ਪਏ ਸਨ ਸਭ ਨੂੰ ਹਟਾ ਦਿੱਤਾ। ਦੌਲਤ ਖਾਂ ਨੇ ਖੁਦ ਆਪਣੀਆਂ ਅੱਖਾਂ ਨਾਲ ਗੁਰੂ ਜੀ ਨੂੰ ਵੇਖਿਆ। ਕਿਆ ਵੇਖਦਾ ਹੈ ਕਿ ਗੁਰੂ ਜੀ ਪੂਰਨ ਵੈਰਾਗ ਵਿੱਚ ਗਿਆਨ ਰੂਪ ਧਾਰਨ ਕੀਤਾ ਹੈ ਅਤੇ ਗਲ ਵਿੱਚ ਖੋਪੜੀ ਪਾਈ ਹੋਈ ਸੀ। ਇਸ ਤਰ੍ਹਾਂ ਗੁਰੂ ਜੀ ਦਾ ਰੂਪ ਵੇਖ ਕੇ ਹਿਰਦੇ 'ਚ ਬੜਾ ਪਛਤਾਇਆ। ਦੌਲਤ ਖਾਂ ਲੋਕਾਂ ਨੂੰ ਬੋਲਿਆ ਕਿ ਇਸ ਨੂੰ ਕੀ ਹੋ ਗਿਆ ਹੈ, ਕਿਸੇ ਭੂਤ ਪ੍ਰੇਤ ਦੀ ਛਾਇਆ ਹੋ ਗਈ ਹੈ। ਇਹ ਤੇ ਬੜਾ ਬੁੱਧੀਮਾਨ ਤੇ ਅਕਲ ਵਾਲਾ ਸੀ। 3 ਦਿਨ ਪਾਣੀ 'ਚ ਰਹਿ ਕੇ ਇਸ ਨੂੰ ਕੀ ਹੋ ਗਿਆ ਹੈ ਜੋ ਫਕੀਰਾਂ ਵਾਲਾ ਭੇਸ ਕਰ ਲਿਆ ਹੈ। ਇਸ ਤਰ੍ਹਾਂ ਕਹਿ ਕੇ ਦੌਲਤ ਖਾਂ ਨੇ ਮਨ 'ਚ ਬੜਾ ਸੋਗ ਕੀਤਾ। ਗੁਰੂ ਜੀ ਉਹ ਸਵੇਲੇ ਉੱਥੋਂ ਤੁਰ ਪਏ ਤੇ ਸ਼ਮਸ਼ਾਨ ਵਿੱਚ ਜਾ ਟਿਕੇ। ਕਬਰਾਂ ਹੀ ਕਬਰਾਂ 'ਚ ਜਾ ਕੇ ਇਕੱਲੇ ਜਾ ਟਿਕੇ। ਜੈ ਰਾਮ ਮਨ 'ਚ ਸੋਚ ਰਹੇ ਸਨ ਆਖਿਰ ਇਹਨਾਂ ਨੂੰ ਕੀ ਹੋ ਗਿਆ, ਪਰ ਇਹ ਗੁਰੂ ਜੀ ਨੂੰ ਕੁਝ ਵੀ ਕਹਿਣ ਤੋਂ ਸੰਕੋਚ ਕਰਦੇ ਸਨ। ਘਰ ਆਇਆਂ ਗੁੰਮ-ਸੁੰਮ ਕੁਝ ਖਾਣ ਪੀਣ ਨੂੰ ਵੀ ਦਿਲ ਨਾ ਕਰੇ। ਤਦ ਨਵਾਬ ਜੈ ਰਾਮ ਜੀ ਨਾਲ ਲੇਖਾ ਕਰਨ ਆਇਆ ਤਾਂ ਜੈ ਰਾਮ ਜੀ ਨੇ ਕਿਹਾ ਕਿ ਜੀ ਮੈਂ ਨਾਨਕ ਕੋਲ ਹੋ ਆਉਂਦਾ ਹਾਂ ਤੇ ਆ ਕੇ ਤੁਹਾਡਾ ਸਾਰਾ ਹੀ ਹਿਸਾਬ ਕਿਤਾਬ ਕਰ ਦੇਵਾਂਗਾ। ਤੇ ਜੈ ਰਾਮ ਜੀ ਮਸਾਣਾ ਵੱਲ ਨੂੰ ਤੁਰ ਪਏ ਜਿੱਥੇ ਨਾਨਕ ਬੈਠੇ ਸਨ। ਮਾਨੋ ਇਸ ਤਰ੍ਹਾਂ ਜਾਪ ਰਹੇ ਸਨ ਜਿਵੇਂ ਸਾਖਸ਼ਾਤ ਸ਼ਿਵ ਜੀ ਬੈਠੇ ਸਨ। ਤੇ ਜੈ ਰਾਮ ਜੀ ਨੇ ਕੰਬਦੇ ਹੱਥਾਂ ਨਾਲ ਜਾ ਕੇ ਬੇਨਤੀ ਕੀਤੀ, ਹੇ ਪ੍ਰਭੂ ਦੀਨ ਦਿਆਲ ਨਾਨਕ, ਤੁਸੀਂ ਇੱਥੇ ਡੇਰੇ ਲਾ ਲਏ ਹਨ। ਨਵਾਬ ਮੈਥੋਂ 1 ਸਾਲ ਦਾ ਲੇਖਾ ਮੰਗਦਾ ਹੈ ਤੇ ਤੁਸੀਂ ਇੱਕ ਵਾਰੀ ਆਵੋ, ਮੇਰੇ ਨਾਲ ਉਸਦਾ ਸਾਰਾ ਹਿਸਾਬ ਕਿਤਾਬ ਕਰ ਲਵੋ। ਤਾਂ ਗੁਰੂ ਜੀ ਜੈ ਰਾਮ ਦੀ ਬੇਨਤੀ ਸੁਣ ਕੇ ਉਸਦੇ ਨਾਲ ਤੁਰ ਆ ਗਏ। ਮੁਨਸ਼ੀ ਰਾਮ ਨੇ ਵੀ ਬੜੇ ਧਿਆਨ ਨਾਲ ਲੇਖਾ ਕੀਤਾ ਤਾਂ 1 ਸਾਲ ਦੇ ਹਿਸਾਬ 'ਚ ਨਾਨਕ ਦੇ 760 ਰੁਪਏ ਵਾਧਾ ਨਿਕਲਿਆ। ਨਵਾਬ ਜੀ ਵੱਲ ਵਾਧਾ ਬੜਾ ਹੈਰਾਨ ਹੋਇਆ ਤੇ ਜੈ ਰਾਮ ਜੀ ਦੀ ਖੁਸ਼ੀ ਦਾ ਕੋਈ ਅੰਤ ਨਾ ਰਿਹਾ। ਤਦ ਨਵਾਬ ਨੇ ਕਿਹਾ, ਕਿੰਨੇ ਪੈਸੇ ਤੁਹਾਡੇ ਵਾਧੇ ਹਨ, ਲੈ ਲਵੋ, ਬੈਠ ਕੇ ਮੋਦੀ ਦੀ ਕਾਰ ਕਰੋ। ਪਰ ਨਾਨਕ ਬੋਲੇ, ਮੈਂ ਨਹੀਂ ਲਵਾਂਗਾ ਤੇ ਨਾ ਹੀ ਹੁਣ ਮੈਂ ਮੋਦੀ ਦੀ ਕਾਰ 'ਚ ਕਰਾਂਗਾ। ਮੇਰੇ ਜੋ ਵਾਧਾ ਹੈ ਤੁਹਾਡੇ ਵੱਲੋਂ ਸਾਦਾ ਫਕੀਰਾਂ 'ਚ ਵੰਡ ਦਿਓ। ਇਸ ਤਰ੍ਹਾਂ ਆ ਕੇ ਆਪ ਮਸਾਣਾ ਨੂੰ ਚਲੇ ਗਏ। ਉਸ ਪਰਮਾਤਮਾ ਦੀ ਯਾਦ ਵਿੱਚ ਸਮਾਧੀ ਲਾ ਕੇ ਬੈਠ ਗਏ। ਉਸ ਅਕਾਲ ਪੁਰਖ ਦੀ ਯਾਦ ਵਿੱਚ ਲੀਨ ਹੋ ਗਏ। ਉਹ ਵਾਹਿਗੁਰੂ ਦੇ ਆਰਾਧਨ ਨਾਲ ਤਿੰਨੇ ਤਾਪ ਟਲ ਜਾਂਦੇ ਹਨ। ਨਾਮ ਦੇ ਰਸੀਏ ਨੂੰ ਕੋਈ ਸੰਤਾਪ ਨਹੀਂ ਸਤਾਉਂਦਾ। ਉਹਨਾਂ ਲਈ ਤੇ ਬਸ ਉਸ ਈਸ਼ਵਰ ਦਾ ਵਿਛੋੜਾ ਹੀ ਦੁੱਖਾਂ ਦਾ ਘਰ ਹੈ। ਸਾਰਾ ਪਰਿਵਾਰ ਨਾਨਕ ਜੀ ਦੇ ਇਸ ਬਿਰਤਾਂਤ ਤੋਂ ਹੈਰਾਨ ਸੀ। ਜਿੰਨੇ ਮੂੰਹ ਓਨੀਆਂ ਗੱਲਾਂ ਅਫਵਾਹਾਂ ਬਣ ਕੇ ਉੱਡੀਆਂ। ਕੋਈ ਕਹਿੰਦਾ ਨਾਨਕ ਪਾਗਲ ਹੋ ਗਿਆ, ਕੋਈ ਕਹਿੰਦਾ ਉਸ ਨੂੰ ਭੂਤ ਚਿੰਬੜ ਗਏ। ਆਪਣੇ ਆਪਣੇ ਮਨ ਦੀ ਸਭ ਨੇ ਕਹਿ ਲਈ। ਨਾਨਕੀ ਜੀ ਅਡੋਲ ਰਹੇ। ਬਾਕੀ ਸਭਨਾਂ ਨੇ ਧੀਰਜ ਛੱਡ ਦਿੱਤਾ। ਨਾਨਕੀ ਜੀ ਆਖਦੀ, ਜੋ ਭਰਾ ਜੀ ਕਰਦੇ ਹਨ ਇਹ ਸਾਡੇ ਵਰਗੇ ਅਲਪੰਗ ਜੀਵ ਨਹੀਂ ਸਮਝ ਸਕਦੇ। ਜਦ ਮੂਲੇ ਨੇ ਇਹ ਸਾਰੀ ਕਹਾਣੀ ਸੁਣੀ ਤਾਂ ਮੂਲਾ ਸੁਲਤਾਨਪੁਰ ਆ ਪਹੁੰਚਾ ਤਾਂ ਸੁਲੱਖਣੀ ਨੇ ਮਨ ਦੀ ਗੱਲ ਮੂਲੇ ਨੂੰ ਕਹੀ ਕਿ ਇਸ ਘਰ ਵਿੱਚ ਕੀ ਹੋਇਆ ਹੈ। ਆਪਣੀ ਧੀ ਤੋਂ ਦਰਦ ਦੀਆਂ ਗੱਲਾਂ ਸੁਣ ਕੇ ਮੂਲਾ ਬੜੇ ਗੁੱਸਾ ਹੋਇਆ। ਉਸ ਦੇ ਬੁੱਲ੍ਹ ਫਰਕਣ ਲੱਗੇ, ਉਸ ਦੀਆਂ ਅੱਖਾਂ ਲਾਲ ਹੋ ਗਈਆਂ। ਜਦੋਂ ਉਸ ਨੇ ਇਹ ਗੱਲ ਸੁਣੀ ਕਿ ਸਾਰਾ ਧਨ ਗਰੀਬਾਂ ਨੂੰ ਲੁਟਾ ਦਿੱਤਾ ਜੋ ਵਾਧਾ ਨਿਕਲਿਆ ਸੀ, ਇਹ ਗੱਲ ਤਾਂ ਉਸ ਤੋਂ ਬਿਲਕੁਲ ਸਹਿਣ ਵੀ ਨਾ ਹੋ ਸਕੀ। ਮੱਥੇ 'ਤੇ ਹੱਥ ਮਾਰ ਕੇ ਗੁਰੂ ਜੀ ਪਾਸ ਚਲੇ ਗਿਆ ਅਤੇ ਉੱਥੇ ਜਾ ਕੇ ਬੜਾ ਰੁਦਨ ਕਰਨ ਲੱਗਾ, ਬਹੁਤ ਬੋਲਣ ਲੱਗਾ। ਹੇ ਨਾਨਕ, ਤੂੰ ਤਾਂ ਕਾਲੂ ਘਰ ਜੰਮ ਕੇ ਕੁਲ ਨੂੰ ਕਲੰਕਿਤ ਹੀ ਕੀਤਾ ਹੈ। ਤੂੰ ਇਸ ਘਰ ਦਾ ਬਣਾਇਆ ਸਵਾਰਿਆ ਤੇ ਕੁਝ ਨਹੀਂ। ਸਾਧਾਂ ਨਾਲ ਸਾਧ ਹੋ ਕੇ ਘੁੰਮਣਾ ਵੀ ਗ੍ਰਸਤੀਆਂ ਦੇ ਚਾਲੇ ਨੇ। ਤੂੰ ਤਾਂ ਬਿਲਕੁਲ ਹੀ ਵਿਗੜ ਗਿਆ। ਇੱਕ ਵਾਰ ਆਲਣੇ 'ਚੋਂ ਗਿਰਿਆ ਬੋਟ ਮੁੜ ਆਲਣੇ ਨਹੀਂ ਪੈਂਦਾ। ਤੇਰਾ ਸੁਧਰਨਾ ਵੀ ਹੁਣ ਮੁਸ਼ਕਿਲ ਜਾਪਦਾ ਹੈ। ਮੇਰੀ ਧੀ ਤੇਰੀ ਜਾਨ ਨੂੰ ਝੂਰਦੀ
ਰੋਂਦੀ ਕਲਪਦੀ ਮਰ ਜਾਏਗੀ। ਮੂਲੇ ਨੂੰ ਪਿਤਾ ਸਮਾਨ ਜਾਣ ਕੇ ਨਾਨਕ ਨਹੀਂ ਬੋਲੇ, ਚੁੱਪ ਰਹੇ। ਇਸ ਤਰ੍ਹਾਂ ਮੂਲਾ ਬੋਲ ਬੋਲ ਕੇ ਅੱਕ ਗਿਆ। ਜਦੋਂ ਉਸਦਾ ਮਨ ਫਾਬਾ ਹੋ ਗਿਆ, ਕੋਈ ਜਵਾਬ ਨਹੀਂ ਮਿਲਿਆ, ਨਾਨਕ ਜੀ ਵੱਲੋਂ ਉਸਨੂੰ ਮਿੱਟੀ ਦਾ ਮਾਧੋ ਸਮਝ ਕੇ ਵਾਪਸ ਘਰ ਆ ਗਿਆ। ਜਿਸ ਪੰਡਤ ਦੀ ਸੰਗਤ ਕਰਦਾ ਸੀ, ਉਸ ਕੋਲ ਜਾ ਕੇ ਧੀ ਦੇ ਦੁੱਖਾਂ 'ਚ ਦੁਖੀ ਹੋ ਕੇ ਰੋਣ ਲੱਗ ਗਿਆ। ਹੇ ਪੰਡਤ ਜੀ, ਧੀ ਤਾਂ ਵੈਰੀ ਦੁਸ਼ਮਣ ਦੀ ਵੀ ਦੁਖੀ ਨਾ ਹੋਵੇ। ਇਹ ਸੁਣ ਚਿੜੀਆਂ ਤਾਂ ਚਹਿਚਹਾਉਂਦੀਆਂ ਹੀ ਸੋਹਣੀਆਂ ਲੱਗਦੀਆਂ ਹਨ। ਤੇ ਫਿਰ ਪੰਡਤ ਵੀ ਗੁਰੂ ਜੀ ਪਾਸ ਮੂਲੇ ਦੇ ਨਾਲ ਆ ਗਿਆ ਤੇ ਗੁਰੂ ਜੀ ਨੂੰ ਬਹੁਤ ਤਰੀਕਿਆਂ ਨਾਲ ਸਮਝਾਉਣ ਲੱਗਾ। ਆਖਣ ਲੱਗਾ, ਹੇ ਨਾਨਕ, ਤੂੰ ਸਿਆਣਿਆਂ ਵਾਲੀਆਂ ਗੱਲਾਂ ਕੀਤੀ ਹੈ। ਝੂਠਾ ਤੇ ਝੂਠਾ ਭੇਸ਼ ਧਾਰ ਕੇ ਐਵੇਂ ਮੜੀਆਂ ਮਸਾਣਾਂ ਵਿੱਚ ਘੁੰਮਦਾ ਫਿਰਦਾ ਏ। ਤੈਨੂੰ ਆਪਣੇ ਖਾਨਦਾਨ ਤੇ ਸ਼ਰੀਫ ਮਾਂ ਪਿਓ ਦੀ ਜਰਾ ਵੀ ਲਾਜ ਨਹੀਂ ਆਉਂਦੀ। ਤਦ ਗੁਰੂ ਜੀ ਨੇ ਕਿਹਾ, ਹੇ ਪੰਡਤ, ਇਹ ਮਨ ਬਾਲਕ ਦੀ ਨਿਆਈ ਹੈ, ਜੋ ਨਿਤਾ ਪ੍ਰਤੀ ਚੰਚਲ ਰਹਿੰਦਾ ਹੈ, ਗਿਆਨ ਗ੍ਰਹਿਣ ਨਹੀਂ ਕਰਦਾ, ਵਿਸ਼ੇ ਵਿਕਾਰਾਂ ਦੇ ਸੁੱਖਾਂ 'ਚ ਖੇਡਦਾ ਫਿਰਦਾ ਹੈ, ਦਿਨ ਰਾਤ ਦੁੱਖ ਪਾਉਂਦਾ ਹੈ। ਸਰੀਰ ਰੂਪੀ ਕੱਚੀ ਨਗਰੀ ਵਿੱਚ ਇਸ ਦਾ ਵਾਸਾ ਹੈ ਤੇ ਇਸ ਨਗਰੀ ਨੇ ਪੰਡਤ ਜੀ ਆਖਿਰ ਇੱਕ ਦਿਨ ਢਹਿ ਢੇਰੀ ਹੋ ਜਾਣਾ ਹੈ। ਜਦੋਂ ਮੌਤ ਰੂਪ ਸ਼ੀ ਨੇ ਇਸ ਕੱਚੀ ਮਿੱਟੀ ਨੂੰ ਢਾਹ ਦੇਣਾ, ਫਿਰ ਇਹ ਦੁੱਖਾਂ 'ਚ ਵਿਲਕੇਗਾ ਤੇ ਪੰਜ ਦੁਸ਼ਟ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਸ ਨਗਰੀ ਦੇ ਮਹਾਨ ਲੁਟੇਰੇ ਹਨ। ਇਸ ਦਾ ਸਾਰਾ ਕਾਰਜ ਵਿਗਾੜਦੇ ਹਨ। ਇਹਨਾਂ ਦੀ ਸੰਗਤ ਵਿੱਚ ਪੈ ਕੇ ਖੁਆਰ ਹੁੰਦਾ ਹੈ। ਇਹ ਚੋਰ ਇਸ ਨੂੰ ਜਮਾਂ ਦੀ ਨਗਰੀ ਤੱਕ ਪਹੁੰਚਾ ਦਿੰਦੇ ਹਨ। ਇਸ ਤਰ੍ਹਾਂ ਆਖ ਕੇ ਗੁਰੂ ਜੀ ਚੁੱਪ ਹੋ ਗਏ। ਤਦ ਮੂਲਾ ਬੋਲਿਆ, ਹੇ ਨਾਨਕ, ਤੈਨੂੰ ਇੰਨਾ ਹੀ ਵਿਚਾਰ ਸੀ ਤਾਂ ਤੂੰ ਵਿਆਹ ਕਾਹਨੂੰ ਕਰਵਾਇਆ? ਮੇਰੀ ਧੀ ਦੇ ਲੇਖ ਤੂੰ ਕਾਹਨੂੰ ਜਾਲਣੇ ਸਨ ਤੇ ਤੂੰ ਸਾਰਾ ਧਨ ਵਿਅਰਥ ਗਵਾ ਦਿੱਤਾ, ਵੰਡ ਦਿੱਤਾ। ਪੁੱਤਰ ਅਤੇ ਇਸਤਰੀ ਨੂੰ ਕੁਝ ਵੀ ਨਹੀਂ ਦਿੱਤਾ। ਸ਼ਰਮ ਹਿਆ ਤਜ ਕੇ ਤੇ ਘਰੋਂ ਭੱਜ ਆਇਆ ਹੈ। ਤਾਂ ਗੁਰੂ ਜੀ ਨੇ ਕਿਹਾ, ਇਸ ਜੀਵ ਅੰਦਰ ਤ੍ਰਿਸ਼ਨਾ ਹੈ, ਬਹੁਤ ਲਾਲਸਾ ਹੈ, ਜੋ ਕਦੀ ਵੀ ਤ੍ਰਿਪਤ ਨਹੀਂ ਹੋ ਸਕਦੀ। ਤੁਸੀਂ ਮਨ 'ਚ ਵਿਚਾਰ ਕਰਕੇ ਵੇਖੋ, ਤ੍ਰਿਸ਼ਨਾ ਦਾ ਵੇਸ ਤਾਂ ਆਕਾਸ਼ ਤੋਂ ਕਿਤੇ ਜ਼ਿਆਦਾ ਹੈ। ਸਾਕ ਸੰਬੰਧੀ ਧੀਆਂ ਪੁੱਤਰ ਕੁੜਮ, ਜਿਉਂ-ਜਿਉਂ ਮਨੁੱਖ ਰੂਪ ਦਰਖਤ ਵੱਡਾ ਹੁੰਦਾ ਹੈ, ਇਸ ਨੂੰ ਸਾਖਾਂ ਫੁੱਟਦੀਆਂ ਹਨ ਤੇ ਜੀਵ ਇਹਨਾਂ ਦੇ ਬੰਧਨ 'ਚ ਬੰਨ੍ਹਿਆ ਰਹਿੰਦਾ ਹੈ। ਜ਼ਿੰਦਗੀ ਇਸ ਜੰਜਾਲ ਵਿੱਚ ਹੀ ਬੀਤ ਜਾਂਦੀ ਹੈ। ਇਸ ਤੋਂ ਛੁਟਕਾਰਾ ਮਿਲ ਸਕਦਾ ਹੈ ਜੇ ਜੀਵ ਤੇ ਪਰਮਾਤਮਾ ਦੀ ਅਪਾਰ ਕਿਰਪਾ ਹੋ ਜਾਵੇ। ਇਸ ਸਰੀਰ ਵਿੱਚ ਚੰਦ ਤੇ ਸੂਰਜ ਦਾ ਪ੍ਰਕਾਸ਼ ਹੈ, ਜੋ ਨਾਭੀ ਕੰਵਲ ਬੰਦ ਹੋਇਆ ਤੇ ਪੁੱਠਾ ਹੋਇਆ ਹੈ। ਜੀਵ ਦੇ ਮਨ 'ਚ ਪ੍ਰਕਾਸ਼ ਉਦੋਂ ਹੁੰਦਾ ਹੈ ਜਦੋਂ ਉਹ ਪੁੱਠੇ ਤੋਂ ਸਿੱਧਾ ਹੁੰਦਾ ਹੈ। ਤਦ ਅਗਿਆਨਤਾ ਦਾ ਨਾਸ਼ ਹੁੰਦਾ ਹੈ। ਇਸ ਭੇਦ ਨੂੰ ਗੁਰੂ ਤੋਂ ਬਗੈਰ ਨਹੀਂ ਪਾਇਆ ਜਾ ਸਕਦਾ। ਇਹ ਅਗਿਆਨ ਦੀ ਧੁੰਦ ਦੇ ਹਨੇਰੇ ਵਿੱਚ ਛੁਪਿਆ ਹੈ। ਤੇ ਫਿਰ ਗੁਰੂ ਜੀ ਇੰਨਾ ਆਖ ਕੇ ਚੁੱਪ ਹੋ ਗਏ। ਸਿਆਣਾ ਪੰਡਤ ਬੋਲਿਆ, ਨਾਨਕ, ਪਰਮਾਤਮਾ ਦਾ ਸਿਮਰਨ ਕਰੋ ਅਤੇ ਘਰ ਦਾ ਕੰਮ ਵੀ ਕਰੋ ਤੇ ਪਰਮਾਤਮਾ ਵਿੱਚ ਹੀ ਆਪਣੇ ਪਿਆਰਿਆਂ ਦੀ ਸਾਰ ਲੈਂਦਾ ਹੈ। ਪਰਮਾਤਮਾ ਹਰ ਥਾਂ ਤੇ ਸਭ ਦੀ ਸਾਰ ਲੈਂਦਾ ਹੈ। ਗੁਰੂ ਜੀ ਨੇ ਕਿਹਾ, ਹੇ ਪੰਡਤ ਜੀ, ਸਭ ਥਾਂ ਰਮੇ ਰਾਮ ਨੂੰ ਉਹ ਹੀ ਪਹਿਚਾਣ ਸਕਦਾ ਹੈ। ਉਸ ਦੇ ਕੁਝ ਲੱਛਣ ਹੁੰਦੇ ਹਨ। ਉਹ ਮਾਇਆ ਵਿੱਚ ਰਹਿੰਦੇ ਵੀ ਉਦਾਸ ਰਹਿੰਦੇ ਹਨ। ਇਸ ਤਰ੍ਹਾਂ ਗੁਰੂ ਜੀ ਦੇ ਬਚਨ ਸੁਣ ਕੇ ਮੂਲਾ ਬੋਲਿਆ ਕਿ ਬਹੁਤ ਜਿੱਦੀ ਹੈ ਤੇ ਬੋਰਾ ਹੋ ਗਿਆ। ਜੋ ਮੂੰਹ ਆਉਂਦਾ ਬੋਲੀ ਜਾਂਦਾ ਹੈ, ਨਾ ਕਿਸੇ ਦਾ ਕਿਹਾ ਸੁਣਦਾ ਹੈ, ਨਾ ਕਿਸੇ ਦੀ ਗੱਲ ਮੰਨਦਾ ਹੈ। ਹੇ ਪੰਡਤ ਜੀ, ਤੁਸੀਂ ਐਵੇਂ ਨਾ ਬੋਲੋ, ਕਿਉਂ ਇਸ ਨਾਲ ਸਿਰ ਖਪਾਈ ਕਰਦੇ ਹੋ? ਇਸ ਨੇ ਨਹੀਂ ਕੋਈ ਗੱਲ ਮੰਨਣੀ। ਤਾਂ ਗੁਰੂ ਜੀ ਨੇ ਆਖਿਆ, ਜੋ ਇੰਦਰੀਆਂ ਦੇ ਵੱਸ ਹੋਏਗਾ ਉਸ ਦਾ ਕਿਹਾ ਨਹੀਂ ਮੰਨੀਦਾ। ਜਿਹੜਾ ਸ਼ੁਭ ਉਪਦੇਸ਼ ਨੂੰ ਨਹੀਂ ਮੰਨਦਾ, ਨਿਤ ਵਿਸ਼ੇ ਵਿਕਾਰਾਂ 'ਚ ਲੱਗਿਆ ਰਹਿੰਦਾ ਹੈ, ਉਸ ਦੀਆਂ ਅੱਖਾਂ ਰੂਪ ਵੇਖ ਨਹੀਂ ਰੱਜਦੀਆਂ, ਕੰਨ ਰਾਗ ਸੁਣ ਕੇ ਤ੍ਰਿਪਤ ਨਹੀਂ ਹੁੰਦੇ, ਨੱਕ ਸਦਾ ਹੀ ਸੁਗੰਧੀਆਂ ਭਾਲਦਾ ਹੈ, ਰਸਨਾ ਸੁਆਦ ਭਾਲਦੀ ਹੈ, ਚਮੜੀ ਹਰ ਵੇਲੇ ਕੋਮਲਤਾ ਨੂੰ ਸਪਰਸ਼ ਕਰਨਾ ਚਾਹੁੰਦੀ ਹੈ। ਜਿਹੜਾ ਹਰ ਵੇਲੇ ਇਹਨਾਂ ਦੇ ਵੱਸ ਹੈ, ਹਰ ਵੇਲੇ ਭੋਗਾਂ 'ਚ ਲੱਗਿਆ ਰਹਿੰਦਾ ਹੈ ਅਤੇ ਹਰ ਵੇਲੇ ਇੰਦਰੀਆਂ ਨਾਲ ਹੀ ਵਾਸ ਹੈ। ਹੇ ਪੰਡਤ ਜੀ, ਜੋ ਪਰਮਾਤਮਾ ਦੇ ਦਾਸਾਂ ਦਾ ਦਾਸ ਹੋ ਕੇ ਬੰਦਨਾ ਕਰਦਾ ਹੈ, ਉਹ ਹੀ ਸੁੱਖਾਂ ਨੂੰ ਪ੍ਰਾਪਤ ਕਰ ਲੈਂਦਾ ਹੈ।
ਖੁਸ਼ ਹੋ ਜਾਂਦਾ ਹੈ। ਜਦੋਂ ਕੋਈ ਗਵਾ ਲੈਂਦਾ ਹੈ ਤਾਂ ਰੋਂਦਾ ਹੈ। ਇਸ ਕਰਕੇ ਜੋ ਕੋਈ ਤ੍ਰਿਸ਼ਨਾ ਮਾਰਨ ਦੀ ਕੋਸ਼ਿਸ਼ ਕਰੇ ਉਸ ਨੂੰ ਪਰਮਾਤਮਾ ਮਿਲਦਾ ਹੈ। ਇਹ ਗੱਲ ਸੁਣ ਕੇ ਪੰਡਤ ਗੁਰੂ ਜੀ ਦੇ ਚਰਨਾਂ 'ਤੇ ਡਿੱਗ ਪਿਆ ਤੇ ਮਨ 'ਚ ਵਿਚਾਰ ਕੀਤਾ, ਨਾਨਕ ਮਹਾਂਪੁਰਖ ਹੈ, ਕੋਈ ਦੂਜਾ ਇਸ ਦੁਨੀਆ 'ਚ ਇਹਨਾਂ ਦੇ ਸਮਾਨ ਨਹੀਂ ਹੈ। ਪੰਡਤ ਦੀ ਹਾਲਤ ਵੇਖ ਕੇ ਆਪ ਜੀ ਨੇ ਉਸ 'ਤੇ ਦਇਆ ਦ੍ਰਿਸ਼ਟੀ ਕੀਤੀ। ਦ੍ਰਿਸ਼ਟੀ ਹੁੰਦੇ ਸਾਰ ਹੀ ਪੰਡਤ ਦੇ ਦੁਨਿਆਵੀ ਬੰਧਨ ਛੁੱਟ ਗਏ। ਇਹ ਵੇਖ ਕੇ ਮੂਲਾ ਬੜਾ ਹੈਰਾਨ ਹੋਇਆ ਤੇ ਬੜਾ ਖਿਝ ਗਿਆ। ਇਸ ਤਰ੍ਹਾਂ ਗੁਰੂ ਜੀ ਨੂੰ ਮਸਾਣਾ 'ਚ ਬੈਠਿਆਂ 3 ਮਹੀਨੇ ਬੀਤ ਗਏ। ਲਖਮੀ ਦਾਸ ਜੀ ਦਾ ਜਨਮ ਹੋਇਆ। ਸਾਰੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਗੁਰੂ ਜੀ ਨੂੰ ਖਬਰ ਕੀਤੀ ਗਈ, ਪਰ ਆਪ ਤੇ ਇੱਕ ਰਸ ਬੈਠੇ। ਨਾ ਪਰਖ ਹੈ, ਨਾ ਸੋਗ, ਨਾ ਮਾਣ ਹੈ, ਨਾ ਅਪਮਾਨ ਹੈ। ਦਿਨ ਰਾਤ ਮਸਾਣਾ 'ਚ ਰਹਿਣ ਨਾਲ ਹੀ ਉਹੀ ਜਗ੍ਹਾ ਪਵਿੱਤਰ ਹੋ ਗਈ।